ਤਾਂ ਲੱਗਦਾ ਕਿ ਪਿਛਲੇ 5 ਸਾਲਾਂ ਦੇ ਵਿੱਚ ਪਾਰਟੀ ਸਾਰੇ ਏਜੰਡਿਆਂ 'ਤੇ ਖਰੀ ਉਤਰੀ ਤੁਹਾਡੀ? ਨਹੀਂ, ਕਈ ਚੀਜ਼ਾਂ ਤੇ ਨਹੀਂ ਖਰੀ ਉਤਰੀ, ਕਿਉਂਕਿ ਮੈਂ ਜੇ ਪਰਸਨਲੀ ਕਹਾਂ ਤਾਂ ਮੇਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ 4.5 ਸਾਲ ਕੁ ਪਹਿਲਾਂ ਕੰਫਰਟੇਬਲ ਲੰਘਿਆ, ਲੇਕਿਨ ਬਾਕੀ 3.5 ਸਾਲ ਬਹੁਤੇ ਕੰਫਰਟੇਬਲ। ਚੁਣੌਤੀ ਕਿਹਨੂੰ ਮੰਨਦੇ ਹੋ, ਕਿਹੜੀ ਪਾਰਟੀ ਚੁਣੌਤੀ ਲੱਗਦੀ ਹੈ ਇਸ ਵੇਲੇ? ਕਿਉਂਕਿ ਹਰੇਕ ਵਿਅਕਤੀ ਨੇ ਕੋਸ਼ਿਸ਼ ਕਰਨੀ ਹੈ, ਹਰੇਕ ਪਾਰਟੀ ਕੋਸ਼ਿਸ਼ ਕਰ ਰਹੀ ਹੈ, ਅਤੇ ਤੁਹਾਡੀ ਕਾਫੀ ਤੁਸੀਂ ਭਗਵੰਤ ਮਾਨ ਦੇ ਬਾਰੇ ਵੀ ਚੰਗੇ ਸ਼ਬਦ ਬੋਲਦੇ ਰਹੇ ਹੋ। ਉਹਨਾਂ ਨੇ ਆਪਣਾ CM ਡਿਕਲੇਅਰ ਕਰ ਦਿੱਤਾ, ਲੱਗਦਾ ਕਿ ਉਸ ਦਾ ਵੀ ਅਸਰ ਹੋਊਗਾ? ਆਮ ਆਦਮੀ ਪਾਰਟੀ ਚੁਣੌਤੀ ਬਣੇਗੀ ਤੁਹਾਡੀ? ਆਮ ਆਦਮੀ ਪਾਰਟੀ ਜਿਹੜੀ ਉਹਦੀ ਸਟੈਬਲਿਸ਼ ਹੋਣਾ ਲੀਡਰਸ਼ਿਪ ਨੂੰ, ਕਿਉਂਕਿ ਹੋਇਆ ਕੀ, ਭਰੋਸਾ ਨਹੀਂ। ਭਰੋਸਾ ਇਸ ਕਰਕੇ ਨਹੀਂ ਕਿ ਜਿਹੜੇ ਉਸ ਮੂਵਮੈਂਟ 'ਚ ਖੜੇ ਹੋਏ ਸੀ ਉਹ ਅੱਜ ਕੋਈ ਵੀ ਨਹੀਂ। ਪੰਜਾਬ ਨੇ ਉਹਨਾਂ ਨੂੰ 4 MP ਦਿੱਤੇ, ਉਹਨਾਂ 'ਚੋਂ 3 ਹੈ ਨਹੀਂ ਗਏ। ਬੇਭਰੋਸਗੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਤਾਂ ਫਿਰ ਕਾਂਗਰਸ ਵਾਲੇ ਪਾਸੇ ਵੀ ਬਣਦੀ ਹੈ, ਕਿਉਂਕਿ CM ਹੀ ਹੈ ਨਹੀਂ, ਤੁਹਾਡਾ ਤਾਂ CM ਹੀ ਚਲੇ ਗਿਆ। ਸਭ ਤੋਂ ਵੱਡਾ ਸਵਾਲ ਤੁਹਾਡੇ ਤੇ ਇਹ ਹੋ ਗਿਆ ਕਿ ਤੁਹਾਡੀ ਬੇਭਰੋਸਗੀ ਇਸੇ ਆਧਾਰ 'ਤੇ ਬਣ ਕੇ CM ਹੀ ਚਲੇ ਗਿਆ। ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹੋ ਕਿ ਇਹਦਾ ਮਤਲਬ ਇਹ ਵੀ ਹੈਗਾ ਕਿ ਚਰਨਜੀਤ ਸਿੰਘ ਚੰਨੀ ਦੇ ਭਰਾ ਆਜ਼ਾਦ ਤੌਰ 'ਤੇ ਲੜਨ ਦੀ ਗੱਲ ਆ। ਦੂਸਰੇ ਪਾਸੇ ਰਾਣਾ ਗੁਰਜੀਤ ਸਿੰਘ ਦੀ ਅਸੀਂ ਗੱਲ ਕਰ ਲਈ, ਉਹ ਆਪਣੇ ਬੇਟੇ ਨੂੰ ਆਜ਼ਾਦ ਉਤਾਰ ਰਹੇ ਨੇ, ਤੁਹਾਡੇ ਹੀ ਆਪਣੇ ਜਿਹੜੇ ਸਿਟਿੰਗ MLA ਨੇ ਉਹਨਾਂ ਦੇ ਖਿਲਾਫ। ਇਹ ਇੰਟਰਨਲ ਡੈਮੋਕ੍ਰੇਸੀ ਨੂੰ ਕਹੀ? ਜਿਹੜੇ ਲੋਕੀ ਛੱਡ ਕੇ ਗਏ ਨੇ ਪਾਰਟੀ ਨੂੰ, ਸਿੱਧੇ ਤੌਰ 'ਤੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ, ਜ਼ਿਕਰ ਕਰਕੇ ਗਏ ਵੀ ਅਸੀਂ ਲੰਮਾ ਸਮਾਂ ਪਾਰਟੀ ਲਈ ਕੰਮ ਕੀਤਾ ਅਤੇ ਸਾਡੇ ਉੱਪਰ ਪੈਰਾਸ਼ੂਟ ਕੈਂਡੀਡੇਟ ਲਿਆ ਕੇ ਬਿਠਾਤੇ। ਖਾਸ ਕਰਕੇ ਮੋਗਾ ਦੀ ਗੱਲ ਕਰ ਲਈ, ਮਾਨਸਾ ਦੀ ਗੱਲ ਕਰ ਲਈ, ਸਿੱਧੂ ਮੂਸੇਵਾਲਾ ਉੱਥੇ ਲਿਆਂਦੇ ਗਏ, ਇੱਧਰੋਂ ਸੋਨੂੰ ਸੂਦ ਦੀ ਭੈਣ ਉਹਨਾਂ ਨੂੰ ਟਿਕਟ ਦਿੱਤੀ ਗਈ, ਉੱਥੇ ਦੇ ਵਿਧਾਇਕ ਜਿਹੜੇ ਨਾਰਾਜ਼। ਪਾਰਟੀਆਂ ਨਾ ਲੀਡਰਸ਼ਿਪ ਡਿਵੈਲਪ ਕਰਨੋਂ ਹਟਣ, ਅਤੇ ਪਾਰਟੀਆਂ ਦੇ ਵਿੱਚ ਫਰੈਸ਼ ਬਲੱਡ ਦੀ ਜ਼ਰੂਰਤ ਹੁੰਦੀ ਹੈ। ਇਹਦੇ ਕਰਕੇ ਇਹੋ ਜਿਹੀ ਪ੍ਰਥਾ ਜਿਹੜੀ ਉਹ ਸ਼ੁਰੂ ਹੋ ਗਈ। ਐਂਡ ਜਿਹੜਾ ਸੂਰਜ ਚੜ੍ਹਿਆ ਉਹਨੇ ਢਲਣਾ ਵੀ ਜ਼ਰੂਰੀ ਹੈ। ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ 2-3 ਵਾਰੀ ਮੇਰਾ ਖਿਆਲ ਆਪਣੇ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਮੈਨੂੰ ਲੱਗਦਾ ਗ੍ਰੇਸਫੁਲੀ ਕੁਇਟ ਕਰ ਦੇਣਾ ਚਾਹੀਦਾ। ਤੁਸੀਂ ਆਪਣੇ ਖੇਡ ਦੀ ਉਦਾਹਰਨ ਦਿੱਤੀ, ਉਹ ਕਹਿੰਦੇ ਮੈਂ ਫੌਜੀ ਹਾਂ, ਮੈਂ ਆਪਣਾ ਮੈਦਾਨ ਛੱਡ ਕੇ ਨਹੀਂ ਜਾਂਦਾ। ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਮਜਬੂਰ ਕੀਤਾ ਗਿਆ ਤਾਂ ਮੈਂ ਆਖਰੀ ਦਮ ਤੱਕ ਲੜਾਂਗਾ। ਉਹਨਾਂ ਨੇ ਆਪਣੇ ਹਿਸਾਬ ਨਾਲ ਆਪਣੀ ਗੱਲ ਸਹੀ ਪਤਾ ਨਹੀਂ ਹੁਣ ਕਿਹੜੇ ਫੌਜੀ ਹੈਗੇ ਆ ਜਾਂ ਕਿਹੜੇ ਨਹੀਂ, ਰਿਸਪੈਕਟੇਬਲ ਆ, ਬਟ ਐਟ ਦਾ ਸੇਮ ਟਾਈਮ ਹਰ ਬੰਦੇ ਦਾ ਸਮਾਂ ਹੁੰਦਾ। ਜਦੋਂ ਮੈਂ ਇਹ ਕਹਿੰਦਾ ਸੀ ਕਿ ਜਿਹੜਾ ਇਹ ਮਾਡਲ ਆ, ਇਟ ਇਜ਼ ਡਿਜ਼ਾਈਨਡ ਬਾਈ BJP, ਐਗਜ਼ੀਕਿਊਟਡ ਬਾਈ ਕੈਪਟਨ ਅਮਰਿੰਦਰ ਸਿੰਘ, ਸਪੋਰਟਡ ਬਾਈ ਅਰਵਿੰਦ ਕੇਜਰੀਵਾਲ ਐਂਡ ਸੁਖਬੀਰ ਸਿੰਘ ਬਾਦਲ, ਉਦੋਂ ਸਾਡੇ ਵੀ ਜਿਹੜੇ ਲੀਡਰ ਆ ਉਹ ਸਮਝਦੇ ਨਹੀਂ ਸੀ, ਉਹ ਮੰਨਦੇ ਨਹੀਂ ਸੀ, ਐਂਡ ਉਹ ਪ੍ਰੂਵ ਹੋ ਰਿਹਾ ਹੈਗਾ। ਆਮ ਆਦਮੀ ਪਾਰਟੀ ਨੇ ਗਰੰਟੀਆਂ ਦੇਣੀਆਂ ਸ਼ੁਰੂ ਕੀਤੀਆਂ। 1000 ਰੁਪਈਆ ਔਰਤਾਂ ਨੂੰ ਦੇਣ ਦੀ ਗੱਲ ਆਈ ਤਾਂ ਕਾਂਗਰਸ ਨੇ ਵਿਰੋਧ ਕੀਤਾ ਸੀ ਕਿ ਪੰਜਾਬ ਦੀਆਂ ਔਰਤਾਂ ਨੂੰ ਇਸ ਤਰੀਕੇ ਨਾਲ ਸਮਝਿਆ ਜਾ ਰਿਹਾ ਕਿ ਉਹਨਾਂ ਨੂੰ 1000 ਰੁਪਈਏ ਚਾਹੀਦੇ। ਪਰ ਦੂਜੇ ਪਾਸੇ ਹੁਣ ਤੁਹਾਡੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਐਲਾਨ ਕਰਤਾ 2000 ਦਾ, 5000 ਦਾ, 10000, 15000, 20000 ਲੈਪਟਾਪ, ਐਕਟਿਵਾ। ਲੱਗਦਾ ਨਹੀਂ ਕਿ ਉਸੇ ਰਾਹ 'ਤੇ ਆ ਗਏ ਸੀ, ਜਾਂ ਸਾਨੂੰ ਲੱਗਦਾ ਕਿ ਇੱਦਾਂ ਹੀ ਵੋਟਾਂ ਲੋਕਾਂ ਤੋਂ ਮੰਗੀਆਂ ਜਾ ਸਕਦੀਆਂ ਜਾਂ ਕਲੈਕਟ ਕੀਤੀਆਂ ਜਾ ਸਕਦੀਆਂ? ਹਰ ਬੰਦੇ ਨੂੰ ਕਹਿਣ ਦਾ ਅਧਿਕਾਰ ਹੈ। ਨਵਜੋਤ ਸਿੰਘ ਸਿੱਧੂ ਸਾਡੇ ਪ੍ਰਧਾਨ, ਉਹਨਾਂ ਨੂੰ ਵੀ ਇਹ ਅਧਿਕਾਰ ਹੈ, ਪਰ ਜਿਹੜੀ ਸਾਡੀ ਮੈਨੀਫੈਸਟੋ ਕਮੇਟੀ ਅਲਟੀਮੇਟਲੀ ਤਾਂ ਉਹਨਾਂ ਨੇ ਫਾਈਨਲ ਕਰਨਾ ਹੁੰਦਾ, ਕਿਉਂਕਿ ਮੇਰੀ ਵੀ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਮੰਨੀ ਜਾਂਦੀ ਹੈ। ਹਰ ਬੰਦੇ ਦਾ ਕਹਿਣ ਦਾ ਅਧਿਕਾਰ ਹੈਗਾ, ਔਰ ਉਹ ਮੰਨੀ ਨਾ ਮੰਨੀ ਬੇਸਿਕਲੀ ਪਾਰਟੀ ਮੈਨੀਫੈਸਟੋ ਦੀ ਕਮੇਟੀ ਹੁੰਦੀ ਹੈ ਜਿਹੜੀ, ਉਹਦੇ ਫਾਈਨਲ ਕਰਨਾ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਕਤ ਹਰ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਿੱਤ ਹਾਸਲ ਕੀਤੀ ਜਾਵੇ। ਜਲੰਧਰ ਦਾ ਕੈਂਟ ਏਰੀਆ, ਜਿੱਥੇ ਪਾਰਟੀ ਨੇ ਸਿਟਿੰਗ MLA ਪ੍ਰਗਟ ਸਿੰਘ ਤੇ ਦੁਬਾਰਾ ਦਾ ਖੇਡਿਆ ਹੈਗਾ। ਪ੍ਰਗਟ ਸਿੰਘ ਸਾਡੇ ਨਾਲ ਨੇ। ਸਰ, ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ। ਤੇ ਲੱਗਦਾ ਕਿ ਲੋਕੀ ਦੁਬਾਰਾ ਭਰੋਸਾ ਕਰਨਗੇ ਤੁਹਾਡੇ ਤੇ, ਜਿਸ ਤਰੀਕੇ ਦੇ ਹਾਲਾਤ ਨੇ ਇਸ ਵੇਲੇ, ਕਿਉਂਕਿ ਖਲਾਅ ਬਹੁਤ ਪੈਦਾ ਹੋ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ। ਖਲਾਅ ਪੈਦਾ ਹੋਇਆ, ਪਰ ਮੈਂ ਮਤਲਬ 100% ਨਹੀਂ 200% ਸ਼ੋਰ ਹਾਂ ਕਿ ਇਸ ਇਲਾਕੇ ਦੇ ਲੋਕ ਜਿਹੜੇ ਆ ਬੜੇ ਸੁਲਝੇ ਹੋਏ ਆ, ਔਰ ਬਿਲਕੁਲ ਜਿਹੜਾ ਉਹ ਵੱਡੇ ਮਾਰਜਨ ਨਾਲ ਜਿਹੜਾ ਫਤਵਾ ਦੇਣਗੇ। ਪ੍ਰਗਟ ਜੀ, ਕਿਹੜੇ ਮਸਲੇ ਨੇ ਕੈਂਟ ਏਰੀਆ? ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਹੁਤੇ ਕੰਮ ਤਾਂ ਉੱਥੇ ਡਿਵੈਲਪਮੈਂਟ ਦੇ ਹੋਏ ਹੈਗੇ ਨੇ, ਤਾਂ ਲੋਕੀ ਵੀ ਸੂਝਵਾਨ ਹੈਗੇ। ਤੁਹਾਨੂੰ ਕਿਹੜਾ ਲੱਗਦਾ ਵੀ ਤੁਸੀਂ ਆਪਣੇ ਹਲਕੇ ਦੇ ਵਿੱਚ ਆਹ ਕੰਮ ਵਧੀਆ ਕੀਤਾ ਹੈਗਾ ਤਾਂ ਕਰਕੇ ਲੋਕੀ ਤੁਹਾਡੇ ਹੱਕ ਦੇ ਵਿੱਚ ਭੁਗਤਣਗੇ? ਨਹੀਂ, ਜਿਹੜੀ ਖਾਸ ਕਰਕੇ ਵਿਧੀਬੱਧ ਤਰੀਕੇ ਨਾਲ ਡਿਵੈਲਪਮੈਂਟ ਹੈ, ਕਿਉਂਕਿ ਕੁਛ 11 ਪਿੰਡਾਂ ਨੂੰ ਸ਼ਹਿਰ ਦੇ ਵਿੱਚ ਲੈ ਕੇ ਆਂਦਾ, ਕੁਛ ਰੋਡਸ ਨੂੰ ਓਪਨ ਅਪ ਕਰਾਇਆ, ਕੁਛ ਰੋਡਸ ਨੂੰ ਬਹੁਤ ਉਸ ਲੈਵਲ ਦੀਆਂ ਬਣਾਇਆ। ਸਾਡਾ ਇੱਕ ਗੰਦਾ ਨਾਲਾ ਜਿਹਦੇ ਉੱਤੇ ਅਸੀਂ ਲਗਭਗ 100 ਕਰੋੜ ਦੇ ਨਾਲ ਅਸੀਂ ਉੱਥੇ ਉਹਨੂੰ ਦੱਬ ਕੇ 7.5 ਕਿਲੋਮੀਟਰ ਬਾਹਰ ਲੈ ਕੇ ਜਾ ਰਹੇ ਹਾਂ, ਔਰ ਉਹਦੇ ਉੱਤੇ ਰੋਡ ਔਰ ਨਾਲ ਸਾਈਕਲਿੰਗ ਤੇ ਜਿਹੜਾ ਆ ਜੋਗਿੰਗ ਟਰੈਕ। ਕਿਉਂਕਿ ਇਹੋ ਜਿਹੀਆਂ ਸੁਵਿਧਾ ਜਿਹੜੀਆਂ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਲਈ ਜਿਹੜੀਆਂ ਉਹ ਇਹ ਡਿਵੈਲਪਮੈਂਟ ਦਾ ਜਿਹੜਾ ਹਿੱਸਾ ਹੈਗੀਆਂ,
ਔਰ ਜਿਹੜੀ ਸ਼ਹਿਰ ਹੈ ਉਹਦੇ ਵਿੱਚ ਵੀ ਔਰ ਜਿਹੜੇ ਪਿੰਡ ਹੈਗੇ ਆ ਉਹਦੇ ਵਿੱਚ ਵੀ, ਔਰ 14 ਕਰੋੜ ਰੁਪਈਆ ਜਿਹੜਾ ਛਾਉਣੀ ਆ ਕੈਂਟ ਏਰੀਆ ਉਹਨਾਂ ਨੂੰ ਲਿਆ ਕੇ ਦਿੱਤਾ। ਆਲ ਦੋ ਉੱਥੇ ਜਿਹੜਾ ਕੰਟੋਨਮੈਂਟ ਡਿਵੈਲਪਮੈਂਟ ਬੋਰਡ ਹੈ, ਲੇਕਿਨ ਉਹਨਾਂ ਨੂੰ ਵੀ 14 ਕਰੋੜ ਰੁਪਈਆ ਲਿਆ ਕੇ ਦਿੱਤਾ ਵੀ ਤਾਂ ਕਿ ਉਹ ਵੀ ਆਪਣੇ ਇੰਟਰਨਲ ਸਿਸਟਮ ਦੀ ਜਿਹੜੀ ਆ ਉਹ ਡਿਵੈਲਪਮੈਂਟ ਕਰ ਲੈਣ। ਪ੍ਰਗਟ ਜੀ, ਪਿਛਲੀ ਵਾਰ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਸੀ, ਲਗਭਗ ਦੁੱਗਣੀਆਂ ਵੋਟਾਂ ਤੁਸੀਂ ਹਾਸਲ ਕੀਤੀਆਂ ਸੀ। 59,300 ਕੁਝ ਵੋਟਾਂ ਤੁਹਾਨੂੰ ਮਿਲੀਆਂ ਸੀ। ਤੁਹਾਡੇ ਜਿਹੜੇ ਪਹਿਲੇ ਵਿਰੋਧੀ ਸੀ ਉਹਨਾਂ ਦੀਆਂ 30,000 ਦੇ ਖਤਮ ਹੋ ਗਈਆਂ ਸੀ। ਇਹ ਮਾਰਜਨ ਵਧੂਗਾ ਜਾਂ ਘਟੂਗਾ ਇਸ ਵਾਰ? ਮੈਨੂੰ ਲੱਗਦਾ ਇਹ ਵਧੂਗਾ, ਪਤਾ ਨਹੀਂ ਸਮਹਾਓ ਮੈਨੂੰ ਕਿਉਂ ਇਦਾਂ ਦੀ ਫੀਲਿੰਗ ਹੈਗੀ ਆ। ਪਰ ਬਹੁਤ ਜ਼ਿਆਦਾ ਇਸ ਕਰਕੇ ਮਾਈਨਿਊਟਲੀ ਅਸੈਸਮੈਂਟ ਨਹੀਂ ਹੈਗੀ, ਕਿਉਂਕਿ 5 ਪਾਰਟੀਆਂ ਲੜ ਰਹੀਆਂ, ਥੋੜ੍ਹਾ ਬਹੁਤਾ ਟਰਮੋਇਲ ਵੀ ਆ। ਸੋ ਮੈਂ ਤਾਂ ਮਿਹਨਤ ਕਰਨ ਵਾਲਾ ਹੈਗਾ, ਕਿਉਂਕਿ 14 ਤਰੀਕ 5 ਵਜੇ ਤੱਕ ਉਹ ਡੈਫੀਨੇਟਲੀ ਮੈਂ, ਕਿਉਂਕਿ ਮੈਨੂੰ ਮੈਚ ਖੇਡਣ ਦਾ ਜਿਹੜਾ ਉਹ ਨਜ਼ਰੀਏ ਨੂੰ ਮੈਂ ਦੇਖਦਾ ਹੁੰਦਾ ਕਿ ਲਾਸਟ ਸੈਕਿੰਡ ਤੱਕ ਵੀ ਜਿਹੜਾ ਉਹ ਮਿਹਨਤ ਕਰਦੇ ਰਹੋ, ਉਹਦੇ 'ਤੇ ਫਲ ਜਿਹੜਾ ਆ ਉਹ ਪ੍ਰਮਾਤਮਾ ਨੇ ਲਾਉਣਾ ਹੁੰਦਾ, ਤੇ ਤੁਸੀਂ ਆਪਣੀ ਜਿਹੜੀ ਨੇਕ ਨੀਤੀ ਨਾਲ ਜਿਹੜਾ ਕੰਮ ਕਰਦੇ ਰਹੋ। 20 ਤਰੀਕ ਕਰ ਦਿੱਤੀ ਗਈ ਹੁਣ ਤਾਂ ਕਿ ਇਲੈਕਸ਼ਨਾਂ 20 ਨੂੰ ਹੋਣੀਆਂ। ਜਿਹੜੇ ਹਾਲਾਤ ਨੇ ਪ੍ਰਗਟ ਜੀ ਇਸ ਵੇਲੇ, ਕਿਉਂਕਿ ਹਰੇਕ ਪਾਰਟੀ ਦੀਆਂ ਇੱਕ ਤਾਂ ਧਰਾਤਲੀ ਤੌਰ ਤੇ ਜਿਵੇਂ ਜ਼ਮੀਨੀ ਪੱਧਰ ਤੇ ਕੈਂਟ ਏਰੀਆ ਦੇ ਕੁਝ ਮਸਲੇ ਤੁਸੀਂ ਜ਼ਿਕਰ ਕੀਤਾ, ਉਹਨਾਂ ਦਾ ਇੱਕ ਏਜੰਡੇ ਪਾਰਟੀ ਲੈਵਲ ਦੇ ਹੁੰਦੇ। ਤੁਹਾਨੂੰ ਲੱਗਦਾ ਕਿ ਪਿਛਲੇ 5 ਸਾਲਾਂ ਦੇ ਵਿੱਚ ਪਾਰਟੀ ਸਾਰੇ ਏਜੰਡਿਆਂ 'ਤੇ ਖਰੀ ਉਤਰੀ ਤੁਹਾਡੀ? ਨਹੀਂ, ਕਈ ਚੀਜ਼ਾਂ 'ਤੇ ਨਹੀਂ ਖਰੀ ਉਤਰੀ, ਕਿਉਂਕਿ ਮੈਂ ਜੇ ਪਰਸਨਲੀ ਕਹਾਂ ਤਾਂ ਮੇਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ 4.5 ਸਾਲ ਕੁ ਪਹਿਲਾਂ ਕੰਫਰਟੇਬਲ ਲੰਘਿਆ, ਲੇਕਿਨ ਬਾਕੀ 3.5 ਸਾਲ ਬਹੁਤੇ ਕੰਫਰਟੇਬਲ ਨਹੀਂ। ਤੁਹਾਡੀਆਂ ਚਿੱਠੀਆਂ ਜਾਂਦੀਆਂ ਰਹੀਆਂ ਉਹਨਾਂ ਤੱਕ? ਹਾਂ, ਡੈਫੀਨੇਟਲੀ ਚਿੱਠੀਆਂ ਵੀ ਜਾਂਦੀਆਂ ਰਹੀਆਂ। ਮੈਂ ਹਰ ਚੀਜ਼ ਨਾਲ ਕਿਉਂਕਿ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਇੰਟਰਨਲੀ ਵਿਰੋਧ ਕੀਤਾ। ਇਹ ਵਿਰੋਧ ਮੁੱਦਿਆਂ ਦਾ ਸੀਗਾ, ਕੋਈ ਹੋਰ ਮੇਰਾ ਪਰਸਨਲ ਕੋਈ ਵਿਰੋਧ ਕਦੀ ਮੈਂ ਕਿਸੇ ਦਾ ਕੀਤਾ ਨਹੀਂ ਹੈ, ਲੇਕਿਨ ਇਸ਼ੂਜ਼ ਦਾ ਵਿਰੋਧ ਸੀਗਾ। ਔਰ ਕਿਤੇ ਨਾ ਕਿਤੇ ਲੇਟਰ ਸਟੇਜ 'ਤੇ ਉਹ ਪ੍ਰੂਵ ਵੀ ਹੋਏ ਕਿ ਹਾਂ ਵੀ ਮੈਂ ਜਿਹੜੇ ਇਸ਼ੂਜ਼ ਖੜੇ ਕਰਦਾ ਸੀ ਉਹ ਪੰਜਾਬ ਦੀ ਬਿਹਤਰੀ ਲਈ ਸੀ, ਕਾਂਗਰਸ ਦੀ ਬਿਹਤਰੀ ਲਈ ਸੀ। ਸੋ ਉਹਦੇ ਲਈ ਹਮੇਸ਼ਾ ਮੈਂ ਜਿਹੜਾ ਖੜਾ ਹੋਇਆ, ਔਰ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਹੀ ਖੜਾ ਰਹੂੰਗਾ। ਚੁਣੌਤੀ ਕਿਹਨੂੰ ਮੰਨਦੇ ਹੋ? ਕਿਹੜੀ ਪਾਰਟੀ ਚੁਣੌਤੀ ਲੱਗਦੀ ਹੈ ਇਸ ਵੇਲੇ? ਕਿਉਂਕਿ ਹਰੇਕ ਵਿਅਕਤੀ ਨੇ ਕੋਸ਼ਿਸ਼ ਕਰਨੀ ਹੈ, ਹਰੇਕ ਪਾਰਟੀ ਕੋਸ਼ਿਸ਼ ਕਰ ਰਹੀ ਹੈ, ਤੇ ਤੁਹਾਡੀ ਕਾਫੀ ਤੁਸੀਂ ਭਗਵੰਤ ਮਾਨ ਦੇ ਬਾਰੇ ਵੀ ਚੰਗੇ ਸ਼ਬਦ ਬੋਲਦੇ ਰਹੇ ਹੋ। ਉਹਨਾਂ ਨੇ ਆਪਣਾ CM ਡਿਕਲੇਅਰ ਕਰ ਦਿੱਤਾ। ਲੱਗਦਾ ਕਿ ਉਸ ਦਾ ਵੀ ਅਸਰ ਹੋਊਗਾ? ਆਮ ਆਦਮੀ ਪਾਰਟੀ ਚੁਣੌਤੀ ਬਣੇਗੀ ਤੁਹਾਡੇ ਲਈ? ਨਹੀਂ, ਚਲੋ ਉਹਨਾਂ ਨੇ ਬੇਸਿਕਲੀ ਚੰਗੀ ਗੱਲ ਹੈਗੀ ਆ, ਪੰਜਾਬ ਦਾ ਇੱਕ ਫੇਸ ਜਿਹੜਾ ਡਿਕਲੇਅਰ ਕੀਤਾ ਹੈਗਾ। ਬਾਕੀ ਫਤਵਾ ਤਾਂ ਲੋਕਾਂ ਨੇ ਦੇਣਾ ਹੈਗਾ। ਮੈਨੂੰ ਲੱਗਦਾ ਕਿ ਇਹਦੇ ਕੁਝ ਫਾਇਦੇ ਵੀ ਹੁੰਦੇ ਆ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਉਹਨੇ ਐਸਟੈਬਲਿਸ਼ ਹੋਣਾ ਲੀਡਰਸ਼ਿਪ ਨੂੰ, ਕਿਉਂਕਿ ਹੋਇਆ ਕਿ ਭਰੋਸਾ ਇਸ ਕਰਕੇ ਨਹੀਂ ਵੀ ਜਿਹੜੇ ਉਸ ਮੂਵਮੈਂਟ 'ਚ ਖੜੇ ਹੋਏ ਸੀ ਉਹ ਅੱਜ ਕੋਈ ਵੀ ਨਹੀਂ ਹੈ। ਪੰਜਾਬ ਨੇ ਉਹਨਾਂ ਨੂੰ 4 MP ਦਿੱਤੇ, ਉਹਨਾਂ 'ਚੋਂ 3 ਹੈ ਨਹੀਂ ਗਏ। ਪੰਜਾਬ ਨੇ ਉਹਨਾਂ ਨੂੰ 19 MLA ਦਿੱਤੇ, ਉਹਨਾਂ 'ਚੋਂ 9 ਜਿਹੜੇ ਉਹ ਪਹਿਲਾਂ ਹੀ ਛੱਡ ਕੇ ਚਲੇ ਗਏ। ਸੋ ਬੇਭਰੋਸਗੀ ਹੈਗੀ ਆ। ਸੋ ਉਸ ਬੇਭਰੋਸਗੀ ਦੇ ਵਿੱਚੋਂ ਪਤਾ ਨਹੀਂ ਹੁਣ, ਕਿਉਂਕਿ ਅਲਟੀਮੇਟਲੀ ਤਾਂ ਐਂਡ ਤਾਂ ਲੋਕਾਂ ਨੇ ਫਤਵਾ ਦੇਣਾ ਹੁੰਦਾ। ਜਿਹੜੇ ਬੇਭਰੋਸਗੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਤਾਂ ਫਿਰ ਕਾਂਗਰਸ ਵਾਲੇ ਪਾਸੇ ਵੀ ਬਣਦੀ ਹੈ, ਕਿਉਂਕਿ CM ਹੀ ਹੈ ਨਹੀਂ। ਤੁਹਾਡਾ ਤਾਂ CM ਹੀ ਚਲੇ ਗਿਆ। ਸਭ ਤੋਂ ਵੱਡਾ ਸਵਾਲ ਤੁਹਾਡੇ ਤੇ ਇਹ ਹੋ ਗਿਆ ਕਿ ਤੁਹਾਡੀ ਬੇਭਰੋਸਗੀ ਇਸੇ ਆਧਾਰ ਤੇ ਬਣਦੀ ਕਿ CM ਹੀ ਚਲੇ ਗਿਆ। ਦੇਖੋ, ਜਿਹੜੀ ਕਾਂਗਰਸ ਪਾਰਟੀ ਹੈ ਐਸਟੈਬਲਿਸ਼ਡ ਸਿਸਟਮ ਦੇ ਵਿੱਚ ਹੈਗੀ ਆ। ਸਾਡੇ ਕੋਲ ਇੱਕ ਨਹੀਂ, ਸਾਡੇ ਕੋਲ 3-3 4-4 5-5 ਹੈਗੇ ਆ ਉਸ ਕੈਲੀਬਰ ਦੇ। ਔਰ ਮੈਂ ਸਮਝਦਾ, ਮੈਂ ਇਹਨੂੰ ਸ਼ੁਭ ਸਗਨ ਇਸ ਕਰਕੇ ਮੰਨਦਾ ਕਿਉਂਕਿ ਮੈਂ ਟੀਮ ਖਿਡਾਰੀ ਹਾਂ। ਹਰ ਬੰਦੇ ਆਪਣੀ ਆਪਣੀ ਸਾਈਡ ਤੇ ਜਦੋਂ ਖੇਡਦਾ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਨਿਕਲਦੀਆਂ। ਸਾਨੂੰ ਇਹ ਜਿਹੜਾ ਬੇਸਿਕਲੀ ਸਿੰਗਲ ਮੈਨ ਜਿਹੜੀ ਡੈਮੋਕ੍ਰੇਸੀ ਆ ਇਹਦੇ ਵਿੱਚ ਨਹੀਂ ਰਹਿਣਾ ਚਾਹੀਦਾ। ਸਾਨੂੰ ਬੇਸਿਕਲੀ ਐਗਜ਼ੈਕਟਲੀ ਡੈਮੋਕ੍ਰੇਸੀ ਦੇ ਵਿੱਚ ਆਉਣਾ ਚਾਹੀਦਾ, ਔਰ ਉਹਦੇ ਵਿੱਚੋਂ ਜਿਹੜਾ ਬੰਦਾ ਵੀ ਕੈਰੀ ਫਾਰਵਰਡ ਕਰ ਸਕੇ। ਔਰ ਇੱਕ ਮੈਂ ਤੁਹਾਨੂੰ ਦੱਸਾਂ, CM ਇਜ਼ ਵਨ ਆਫ ਦਾ MLA ਐਂਡ ਵਨ ਆਫ ਦਾ ਮਿਨਿਸਟਰਸ। ਅਸੀਂ ਕਈ ਵਾਰੀ ਜਿਹੜੇ CMs ਆ ਉਹਨਾਂ ਨੂੰ ਲਾਰਜਰ ਦੈਨ ਲਾਈਫ ਬਣਾ ਦਿੰਦੇ ਹਾਂ। ਇਨਸਾਨ ਤਾਂ ਇਨਸਾਨ ਹੈ। ਔਰ ਕਈ ਵਾਰੀ ਕੀ ਹੁੰਦਾ ਕਿ ਆਲੇ ਦੁਆਲੇ ਜਿਹੜਾ ਪਾਵਰ ਕੋਰੀਡੋਰ ਦੇ ਵਿੱਚ ਜਮਾਵੜਾ ਹੁੰਦਾ, ਉਹਨੂੰ ਫਿਰ ਬਹੁਤ ਵਧਾ ਚੜਾ ਕੇ ਦੱਸਣ ਲੱਗ ਪੈਂਦਾ ਵੀ ਜਨਾਬ ਤੁਹਾਡੇ ਵਰਗਾ ਤਾਂ ਕੋਈ ਪੈਦਾ ਵੀ ਨਹੀਂ ਹੋਇਆ, ਨਾ ਪੈਦਾ ਹੋਣਾ ਹੀ ਆ। ਉਹ ਡੈਮੋਕ੍ਰੇਸੀ ਲਈ ਬਹੁਤੇ ਚੰਗੀ ਪ੍ਰਥਾ ਨਹੀਂ ਹੈ। ਜਿਹੜਾ ਤੁਸੀਂ ਅਕਸਰ ਕਹਿੰਦੇ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਲੇ ਦੁਆਲੇ ਇੱਕ ਘੇਰਾ ਬਣਾਇਆ ਹੋਇਆ, ਜਿਹੜੇ ਸਹੀ ਤਰੀਕੇ ਨਾਲ ਆਵਾਜ਼ ਨਹੀਂ ਪਹੁੰਚ ਰਹੀ ਉਹਨਾਂ ਤੱਕ, ਤੇ ਸ਼ਾਇਦ ਉਹ ਚੰਗੇ ਕੰਮ ਕਰ ਸਕਦੇ। ਮੈਨੂੰ ਇਹ ਲੱਗਦਾ MLAs ਨੂੰ ਸੁਣਨਾ ਚਾਹੀਦਾ, ਇੰਟੈਲੈਕਚੁਅਲਸ ਨੂੰ ਸੁਣਨਾ ਚਾਹੀਦਾ, ਟੈਕਨੋਕ੍ਰੈਟਸ ਨੂੰ ਸੁਣਨਾ ਚਾਹੀਦਾ, ਬਿਊਰੋਕ੍ਰੈਟਸ ਨੂੰ ਸੁਣਨਾ ਚਾਹੀਦਾ, ਫਿਰ ਉਹਦੇ ਤੋਂ ਬਾਅਦ ਫੈਸਲੇ ਲੈਣੇ ਚਾਹੀਦੇ। ਤੁਸੀਂ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹੋ ਕਿ ਇਹਦਾ ਮਤਲਬ ਇਹ ਵੀ ਹੈਗਾ ਕਿ ਚਰਨਜੀਤ ਸਿੰਘ ਚੰਨੀ ਦੇ ਭਰਾ ਆਜ਼ਾਦ ਤੌਰ ਤੇ ਲੜਨ ਦੀ ਗੱਲ ਆਖ ਰਹੇ ਨੇ। ਦੂਸਰੇ ਪਾਸੇ ਰਾਣਾ ਗੁਰਜੀਤ ਸਿੰਘ ਦੀ ਅਸੀਂ ਗੱਲ ਕਰ ਲਈ, ਉਹ ਆਪਣੇ ਬੇਟੇ ਨੂੰ ਆਜ਼ਾਦ ਉਤਾਰ ਰਹੇ ਨੇ। ਤੁਹਾਡੇ ਹੀ ਆਪਣੇ ਜਿਹੜੇ ਸਿਟਿੰਗ MLA ਨੇ ਉਹਨਾਂ ਦੇ ਖਿਲਾਫ। ਇਹ ਇੰਟਰਨਲ ਡੈਮੋਕ੍ਰੇਸੀ ਇਹਨੂੰ ਕਹੀਏ? ਨਹੀਂ, ਕੋਈ ਗੱਲ ਨਹੀਂ, ਕਿਉਂਕਿ ਦੇਖੋ
ਪਾਰਟੀਆਂ ਦੇ ਵਿੱਚ ਥੋੜ੍ਹਾ ਬਹੁਤਾ ਜਦੋਂ ਵੀ ਟਿਕਟਾਂ ਦੀ ਡਿਸਟ੍ਰੀਬਿਊਸ਼ਨ ਹੁੰਦੀ ਆ, ਕਿਉਂਕਿ ਵੱਧ ਮੰਗਣ ਵਾਲੇ ਹੁੰਦੇ ਆ, ਔਰ ਪਾਰਟੀ ਫੋਰਮ 'ਤੇ ਹਰ ਬੰਦੇ ਨੂੰ ਅਧਿਕਾਰ ਹੈਗਾ ਕਿ ਉਹ ਟਿਕਟ ਮੰਗ ਲਵੇ, ਲੇਕਿਨ ਥੋੜ੍ਹਾ ਬਹੁਤਾ ਜਿਹੜੀ ਟਰਮੋਇਲ ਹੋਣਾ ਉਹ ਸੁਭਾਵਿਕ ਹੁੰਦਾ। ਔਰ ਮੈਂ ਕਹਿੰਦਾ ਇਹ ਉਹ ਦਿਨ ਹੈਗੇ ਆ ਜਿਹੜੇ ਦਿਨਾਂ ਦੇ ਵਿੱਚ ਕਿਉਂਕਿ ਪਰਖ ਹੋਣੀ ਹੁੰਦੀ ਆ, ਫਿਰ ਉਹਨੇ ਆਪਣੇ ਪਰ ਤੋਲਣੇ ਹੁੰਦੇ ਆ, ਫਿਰ ਉਹਨੇ ਆਪਣੇ ਆਪ ਨੂੰ ਵਿਡਰਾਅ ਕਰਨਾ ਹੁੰਦਾ ਆ, ਫਿਰ ਉਹਦੇ ਵਿੱਚ ਕੁਝ ਕਮਿਟਮੈਂਟ ਹੁੰਦੀ ਆ। ਸੋ ਦੇਰ ਆਰ ਨੰਬਰ ਆਫ, ਕਿਉਂਕਿ ਇਹ ਇੱਕ ਪ੍ਰੋਸੈਸ ਦਾ ਹਿੱਸਾ ਹੈਗਾ। ਫਿਰ ਕੁਝ ਕਮਿਟਮੈਂਟ ਕਰਾਉਣੀ ਹੁੰਦੀ ਆ ਵੀ ਦੇਖੋ ਜੀ ਮੈਂ ਤਾਂ ਕਰ ਲੈਣਾ ਤੇ ਪਰ ਫਿਰ ਮੇਰੇ ਨਾਲ ਇੱਦਾਂ ਕਰਿਓ, ਤੁਸੀਂ ਆਉਣ ਵਾਲੇ ਸਮੇਂ 'ਚ ਇੱਦਾਂ ਕਰਿਓ। ਸੋ ਇੱਦਾਂ ਦੀਆਂ ਗੱਲਾਂ ਹੁੰਦੀਆਂ। ਲੱਗਦਾ ਤੁਹਾਨੂੰ ਬਹੁਤ ਸਾਰੇ ਬੰਦੇ ਇਹ ਚੀਜ਼ਾਂ ਆਜ਼ਮਾ ਰਹੇ ਨੇ। ਇਹ ਉਹ ਸਮਾਂ ਹੈਗਾ, ਔਰ ਮੇਰਾ ਖਿਆਲ ਹੈ ਵੀ 3-4-5 ਦਿਨਾਂ ਦੇ ਵਿੱਚ ਸੁਲਝ ਜਾਊਗਾ ਤੁਹਾਡੇ ਸਾਹਮਣੇ। ਪ੍ਰਗਟ ਜੀ, ਲੱਗਦਾ ਕਿ ਜਿਹੜੀ ਟਿਕਟਾਂ ਦੀ ਵੰਡ ਹੋਈ ਹੈ, ਖਾਸ ਕਰਕੇ ਕੁਝ ਜਿਹੜੇ ਲੋਕੀ ਛੱਡ ਕੇ ਗਏ ਨੇ ਪਾਰਟੀ ਨੂੰ, ਸਿੱਧੇ ਤੌਰ ਤੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ, ਜ਼ਿਕਰ ਕਰਕੇ ਗਏ ਵੀ ਅਸੀਂ ਲੰਮਾ ਸਮਾਂ ਪਾਰਟੀ ਲਈ ਕੰਮ ਕੀਤਾ ਤੇ ਸਾਡੇ ਉੱਪਰ ਪੈਰਾਸ਼ੂਟ ਕੈਂਡੀਡੇਟ ਲਿਆ ਕੇ ਬਿਠਾਤੇ। ਖਾਸ ਕਰਕੇ ਮੋਗਾ ਦੀ ਗੱਲ ਕਰ ਲਈਏ, ਮਾਨਸਾ ਦੀ ਗੱਲ ਕਰ ਲਈਏ, ਸਿੱਧੂ ਮੂਸੇਵਾਲਾ ਉੱਥੇ ਲਿਆਂਦੇ ਗਏ, ਇੱਧਰੋਂ ਸੋਨੂ ਸੂਦ ਦੀ ਭੈਣ ਉਹਨਾਂ ਨੂੰ ਟਿਕਟ ਦਿੱਤੀ ਗਈ, ਉੱਥੇ ਦੇ ਵਿਧਾਇਕ ਜਿਹੜੇ ਨਾਰਾਜ਼ ਹੋਏ। ਦੇਖੋ ਭੋਗਲ ਜੀ, ਮੈਨੂੰ ਜਿੰਨੀ ਕੁ ਗੱਲ ਸਮਝ ਆਉਂਦੀ ਆ, ਕੀ ਹੋਇਆ ਕਿ ਪਾਰਟੀਆਂ ਨਾ ਲੀਡਰਸ਼ਿਪ ਡਿਵੈਲਪ ਕਰਨੋਂ ਹਟ ਗਈਆਂ ਤੇ ਪਾਰਟੀਆਂ ਦੇ ਵਿੱਚ ਫਰੈਸ਼ ਬਲੱਡ ਦੀ ਜ਼ਰੂਰਤ ਹੁੰਦੀ ਆ। ਇਹਦੇ ਕਰਕੇ ਇਹੋ ਜਿਹੀ ਪ੍ਰਥਾ ਜਿਹੜੀ ਉਹ ਸ਼ੁਰੂ ਹੋ ਗਈ। ਜੇ ਤਾਂ ਅਸੀਂ ਨਾਲ ਲੀਡਰਸ਼ਿਪ ਨੂੰ ਡਿਵੈਲਪ ਕਰ ਲਈਏ, ਯੰਗਸਟਰਸ ਨੂੰ ਡਿਵੈਲਪ ਕਰ ਲਈਏ ਵੀ ਲੈਟ ਅਸ ਗਿਵ ਅ ਚਾਂਸ ਟੂ ਦ ਨੈਕਸਟ ਵਨ, ਕਿਉਂਕਿ ਅਲਟੀਮੇਟਲੀ ਮੈਨੂੰ ਇਹ ਲੱਗਦਾ ਹੁੰਦਾ ਵੀ ਸਾਰੀ ਉਮਰ ਬੰਦੇ ਨੇ ਇੱਥੇ ਬੈਠੇ ਤਾਂ ਰਹਿਣਾ ਨਹੀਂ ਹੁੰਦਾ। ਔਰ ਦੂਸਰੀ ਗੱਲ ਹੈ ਕਿ ਡੈਸਟਨੀ ਹੁੰਦੀ ਆ ਹਰ ਇਨਸਾਨ ਦੀ। ਬੰਦੇ ਉਹੀ ਡਰਦੇ ਰਹਿੰਦੇ ਆ ਵੀ ਸ਼ਾਇਦ ਜੇ ਮੈਂ ਚੰਗਾ ਲੀਡਰ ਡਿਵੈਲਪ ਕਰਤਾ, ਯਾਰ ਜੇ ਉਹਦੀ ਕਿਸਮਤ ਆ ਉਹਦੇ ਨਾਲ ਆ, ਅਸੀਂ ਕਿਹੜੇ ਕੋਈ ਮਤਲਬ ਇਹ ਚੀਜ਼ਾਂ ਲੈ ਕੇ ਜੰਮੇ ਸੀਗੇ। ਬਿਲਕੁਲ, ਖਿਡਾਰੀ ਰਹੇ, ਫਿਰ ਕੈਪਟਨ ਬਣੇ, ਫਿਰ ਸਿਲੈਕਸ਼ਨ ਟੀਮ 'ਚ ਗਏ ਤੇ ਹੁਣ ਖੇਡ ਮੰਤਰੀ ਵੀ ਤੁਸੀਂ। ਇੱਕ ਪ੍ਰੋਸੈਸ ਹੁੰਦਾ ਤੇ ਬਾਕੀ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ। ਇਹ ਬੜੇ ਇੱਕ ਪ੍ਰੋਸੈਸ ਹੈਗਾ, ਇੱਕ ਆਨਗੋਇੰਗ ਪ੍ਰੋਸੈਸ ਹੈ। ਐਂਡ ਜਿਹੜਾ ਸੂਰਜ ਚੜ੍ਹਿਆ ਉਹਨੇ ਢਲਣਾ ਵੀ ਜ਼ਰੂਰ ਆ। ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ 2-3 ਵਾਰੀ ਮੇਰਾ ਖਿਆਲ ਆਪਣੀ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਮੈਨੂੰ ਲੱਗਦਾ ਗ੍ਰੇਸਫੁਲੀ ਕੁਇਟ ਕਰ ਦੇਣਾ ਚਾਹੀਦਾ। ਨਹੀਂ, ਹੁਣ ਵੀ ਠੀਕ ਹੈ, ਕਿਉਂਕਿ ਐਂਡ ਆਫ ਦਾ ਡੇ, ਕਿਉਂਕਿ ਬੰਦਾ ਕਈ ਵਾਰੀ ਨਾ ਜਦੋਂ ਉਸ ਕੋਰੀਡੋਰ ਦੇ ਵਿੱਚ ਜਾਂ ਉਸ ਲੋਕਾਂ ਦੇ ਥਾਟ ਪ੍ਰੋਸੈਸ ਦੇ ਵਿੱਚ ਬੈਠਾ ਹੁੰਦਾ ਤਾਂ ਕਈ ਵਾਰੀ ਉਹ ਲੋਕ ਇਹ ਗੱਲ ਸਮਝ ਨਹੀਂ ਆਉਣ ਦਿੰਦੇ। ਅਤੇ ਜਦੋਂ ਇਕੱਲਾ ਬੈਠ ਕੇ ਸੋਚਦਾ, ਕਿਉਂਕਿ ਹਰ ਬੰਦੇ ਨੇ ਜਾਣਾ ਤਾਂ ਹੈਗਾ ਹੀ ਆ, ਹਰ ਬੰਦੇ ਦੀ ਕਿੰਨੀ ਹੁੰਦੀ ਆ, ਉਹਨੇ ਖੇਡ ਕੇ ਉਸ ਤੋਂ ਬਾਅਦ ਜਾਣਾ ਹੁੰਦਾ। ਸੋ ਇਹ ਬੈਟਰ ਹੁੰਦਾ। ਮੈਨੂੰ ਯਾਦ ਹੈ ਕਿ 1998 'ਚ ਮੈਂ ਜਦੋਂ ਕੁਇਟ ਕੀਤਾ ਇੰਟਰਨੈਸ਼ਨਲ ਹਾਕੀ ਤੋਂ, ਤਾਂ ਮਿਸਟਰ KPS ਗਿੱਲ ਵਾਸ ਦਾ ਪ੍ਰੈਜ਼ੀਡੈਂਟ। ਹੀ ਸੈਡ ਕਿ ਪ੍ਰਗਟ ਯੂ ਹੈਵ ਅਨਦਰ 2 years ਟੂ ਪਲੇ ਫॉर ਕੰਟਰੀ। ਮੈਂ ਕਿਹਾ ਜੀ ਪਿਛਲੇ ਸਮੇਂ 'ਚ ਮੈਨੂੰ ਇਹ ਦਿਖਾਲ ਦਿਓ ਵੀ ਗ੍ਰੇਸਫੁਲੀ ਕੈਪਟਨ ਕਿਹੜਾ ਤੁਸੀਂ ਰਿਟਾਇਰ ਕੀਤਾ। ਸੋ ਮੈਨੂੰ ਲੱਗਦਾ ਕਿ ਮੈਨੂੰ ਭਰਿਆ ਮੇਲਾ ਛੱਡ ਦੇਣਾ ਚਾਹੀਦਾ। ਇਹ ਠੀਕ ਹੈ ਕਿ ਮੇਰੀ ਉਦੋਂ 2-3 ਸਾਲ ਦੀ ਹਾਕੀ ਇੰਟਰਨੈਸ਼ਨਲੀ ਸੀਗੀ, ਉਹਦੇ ਤੋਂ ਬਾਅਦ ਮੈਂ ਡੋਮੈਸਟਿਕ ਖੇਡਦਾ ਰਿਹਾ, ਬਟ ਐਟ ਦਾ ਸੇਮ ਟਾਈਮ ਫਿਰ ਤੁਹਾਡੀ ਜਿਹੜੀ ਜ਼ਮੀਰ ਹੈ ਉਹ ਨਹੀਂ ਮਰਦੀ। ਤੁਹਾਡਾ ਟੌਰ ਦੇ ਨਾਲ ਗਏ ਇਸੇ ਤਰੀਕੇ ਨਾਲ ਤੁਹਾਨੂੰ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਟੌਰ ਨਾਲ ਚਲੇ ਜਾਣਾ ਸਹੀ? ਪਰ ਉਹ ਤਾਂ ਕਹਿੰਦੇ ਮੈਂ ਫੌਜੀ ਹਾਂ। ਤੁਸੀਂ ਆਪਣੀ ਖੇਡ ਦੀ ਉਦਾਹਰਨ ਦਿੱਤੀ ਹੈ, ਉਹ ਕਹਿੰਦੇ ਮੈਂ ਫੌਜੀ ਹਾਂ, ਮੈਂ ਆਪਣਾ ਮੈਦਾਨ ਛੱਡ ਕੇ ਨਹੀਂ ਜਾਂਦਾ। ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਮਜਬੂਰ ਕੀਤਾ ਗਿਆ ਤਾਂ ਮੈਂ ਆਖਰੀ ਦਮ ਤੱਕ ਲੜਾਂਗਾ। ਉਹਨਾਂ ਨੇ ਆਪਣੇ ਹਿਸਾਬ ਨਾਲ ਆਪਣੀ ਗੱਲ ਸਹੀ ਦੁਹਰਾਈ ਹੈ। ਪਤਾ ਨਹੀਂ ਹੁਣ ਕਿਹੜੇ ਫੌਜੀ ਹੈਗੇ ਆ ਜਾਂ ਕਿਹੜੇ ਨਹੀਂ ਹੈਗੇ, ਰਿਸਪੈਕਟੇਬਲ ਆ, ਬਟ ਐਟ ਦਾ ਸੇਮ ਟਾਈਮ ਹਰ ਬੰਦੇ ਦਾ ਸਮਾਂ ਹੁੰਦਾ। ਜਿਹੜਾ ਸੂਰਜ ਚੜ੍ਹਿਆ ਉਹਨੇ ਢਲਣਾ ਜ਼ਰੂਰ ਹੁੰਦਾ। ਬੰਦੇ ਨੂੰ ਗ੍ਰੇਸਫੁਲੀ ਜਾਣਾ ਚਾਹੀਦਾ, ਮੈਨੂੰ ਤਾਂ ਐਂ ਲੱਗਦਾ। ਪ੍ਰਗਟ ਜੀ, ਇਸ ਵੇਲੇ ਇੱਕ ਇਹ ਵੀ ਪ੍ਰਥਾ ਚੱਲ ਪਈ, ਕਿਉਂਕਿ ਮੈਨੂੰ ਲੱਗਦਾ ਕਿ ਇਲੈਕਸ਼ਨਾਂ ਦੇ ਸਮੇਂ ਤੇ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਚੱਲਦੀਆਂ ਨੇ। ਈਡੀ ਦੀਆਂ ਰੇਡਾਂ ਪਈਆਂ ਨੇ, ਇਹ 6 ਕਰੋੜ ਦਾ ਜ਼ਿਕਰ ਹੋ ਰਿਹਾ, ਕੁਝ ਇਲਜ਼ਾਮ ਇਹ ਵੀ ਲੱਗ ਰਹੇ ਨੇ ਕਿ ਰੇਤ ਮਾਫੀਆ ਦੇ ਨਾਲ ਕਨੈਕਸ਼ਨ ਜੁੜੇ ਹੋਏ ਨੇ। ਇਹ ਜਿਹੜੀਆਂ ਈਡੀ ਦੀਆਂ ਰੇਡਾਂ ਇਸ ਵੇਲੇ ਚੋਣ ਜ਼ਾਬਤੇ ਤੋਂ ਬਾਹਰ ਪੈ ਰਹੀਆਂ ਨੇ, ਕੀ ਮਾਇਨੇ ਕੱਢਦੇ ਹੋ ਤੁਸੀਂ ਇਹਨਾਂ ਦੇ? ਤੁਸੀਂ ਲੰਮਾ ਸਮਾਂ ਦੇਖਦੇ ਰਹੇ ਹੋ ਸਿਆਸਤ। ਦੇਖੋ, ਅਨਫੋਰਚੂਨੇਟ ਆ, ਕਿਉਂਕਿ ਮੈਂ ਨਹੀਂ ਕਹਿੰਦਾ, ਮੈਂ ਕਿਸੇ ਨੂੰ ਡਿਫੈਂਡ ਨਹੀਂ ਕੀਤਾ ਫॉर ਰੋਂਗ ਰੀਜ਼ਨਸ। ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਵਾਏ ਹੋਣੀ ਇਹ ਅੱਜ ਤੋਂ 6 ਮਹੀਨੇ, ਸਾਲ, 2 ਸਾਲ ਪਹਿਲਾਂ ਕਿਉਂ ਨਹੀਂ। ਜਦੋਂ ਮੈਂ ਇਹ ਕਹਿੰਦਾ ਸੀ ਕਿ ਜਿਹੜਾ ਇਹ ਮਾਡਲ ਆ, ਇਟ ਇਜ਼ ਡਿਜ਼ਾਈਨਡ ਬਾਈ BJP, ਐਗਜ਼ੀਕਿਊਟਡ ਬਾਈ ਕੈਪਟਨ ਅਮਰਿੰਦਰ ਸਿੰਘ, ਸਪੋਰਟਡ ਬਾਈ ਅਰਵਿੰਦ ਕੇਜਰੀਵਾਲ ਐਂਡ ਸੁਖਬੀਰ ਸਿੰਘ ਬਾਦਲ, ਉਦੋਂ ਸਾਡੇ ਵੀ ਜਿਹੜੇ ਲੀਡਰ ਆ ਉਹ ਸਮਝਦੇ ਨਹੀਂ ਸੀਗੇ, ਉਹ ਮੰਨਦੇ ਨਹੀਂ ਸੀਗੇ, ਐਂਡ ਉਹ ਪ੍ਰੂਵ ਹੋ ਰਿਹਾ ਹੈਗਾ। ਐਂਡ ਅਸੀਂ ਇਹ ਨਾ ਸੋਚੀਏ ਵੀ ਜੇ ਅੱਜ ਕਿਸੇ ਲਈ ਹੋ ਰਿਹਾ ਉਹ ਕੱਲ੍ਹ ਨੂੰ ਕਿਸੇ ਹੋਰ ਪਾਰਟੀ ਲਈ ਵੀ ਹੋ ਸਕਦਾ, ਕੱਲ੍ਹ ਨੂੰ ਕਿਸੇ ਹੋਰ ਬੰਦੇ ਲਈ ਵੀ ਹੋ ਸਕਦਾ। ਮੈਂ ਨਹੀਂ ਕਹਿੰਦਾ, ਪਰ ਰੋਂਗ ਰੀਜ਼ਨਸ ਦੇ ਵਿੱਚ ਉਹ ਬੰਦੇ ਨੂੰ ਅਨਨੈਸੈਸਰਲੀ ਉਲਝਾਉਣਾ ਨਹੀਂ ਚਾਹੀਦਾ। ਔਰ ਗ੍ਰੇਸਫੁਲੀ, ਮੈਂ ਤਾਂ ਕਿਉਂਕਿ ਬੀਇੰਗ ਏ ਸਪੋਰਟਸਮੈਨ, ਮੈਨੂੰ ਲੱਗਦਾ ਕਿ ਜੇ ਤੁਹਾਡੀ ਕਿਤੇ ਹਾਰ ਵੀ ਹੋਵੇ ਤਾਂ ਤੁਸੀਂ ਗ੍ਰੇਸਫੁਲੀ ਐਕਸੈਪਟ ਕਰੋ ਕਿ ਹਾਂ ਵੀ ਆਈ ਹੈਵ ਟੂ ਐਕਸੈਪਟ ਇਟ। ਗਲਤੀਆਂ ਰਹੀਆਂ ਤੇ ਉਹਦਾ ਨਤੀਜਾ ਭੁਗਤਣਾ। ਆਉਣ ਵਾਲੇ ਸਮੇਂ 'ਚ ਜਿਹੜਾ ਇੰਪਰੂਵ ਕਰਕੇ, ਦਰੁਸਤ ਕਰਕੇ, ਤਾਂ ਫਿਰ ਉਹਨੂੰ ਮੈਦਾਨ ਦੇ ਵਿੱਚ
ਜਿਹੜਾ ਆ ਸਕਦੇ ਆ। ਪ੍ਰਗਟ ਜੀ, ਇੱਕ ਬੜੀ ਅਹਿਮ ਚਰਚਾ ਪਿੱਛੇ ਜੇ ਛਿੜੀ ਸੀ ਕਿ ਜਦੋਂ ਆਮ ਆਦਮੀ ਪਾਰਟੀ ਨੇ ਗਰੰਟੀਆਂ ਦੇਣੀਆਂ ਸ਼ੁਰੂ ਕੀਤੀਆਂ, 1000 ਰੁਪਈਆ ਔਰਤਾਂ ਨੂੰ ਦੇਣ ਦੀ ਗੱਲ ਆਈ ਤਾਂ ਕਾਂਗਰਸ ਨੇ ਵਿਰੋਧ ਕੀਤਾ ਸੀ ਕਿ ਪੰਜਾਬ ਦੀਆਂ ਔਰਤਾਂ ਨੂੰ ਇਸ ਤਰੀਕੇ ਨਾਲ ਸਮਝਿਆ ਜਾ ਰਿਹਾ ਕਿ ਉਹਨਾਂ ਨੂੰ 1000 ਰੁਪਈਆ ਚਾਹੀਦਾ। ਪਰ ਦੂਜੇ ਪਾਸੇ ਹੁਣ ਤੁਹਾਡੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਐਲਾਨ ਕਰਤਾ 2000 ਦਾ, 5000 ਦਾ, 10000, 15000, 20000 ਲੈਪਟਾਪ, ਐਕਟਿਵਾ। ਲੱਗਦਾ ਨਹੀਂ ਕਿ ਉਸੇ ਰਾਹ ਤੇ ਆ ਗਏ ਅਸੀਂ ਵੀ, ਜਾਂ ਸਾਨੂੰ ਲੱਗਦਾ ਕਿ ਇਦਾਂ ਹੀ ਵੋਟਾਂ ਲੋਕਾਂ ਤੋਂ ਮੰਗੀਆਂ ਜਾ ਸਕਦੀਆਂ ਜਾਂ ਕਲੈਕਟ ਕੀਤੀਆਂ ਜਾ ਸਕਦੀਆਂ? ਦੇਖੋ, ਮੈਂ ਪਰਸਨਲੀ ਤਾਂ ਇਸ ਚੀਜ਼ ਦੇ ਅਗੇਂਸਟ ਹਾਂ। ਹਰ ਬੰਦੇ ਨੂੰ ਕਹਿਣ ਦਾ ਅਧਿਕਾਰ ਹੈ। ਨਵਜੋਤ ਸਿੰਘ ਸਿੱਧੂ ਸਾਡੇ ਪ੍ਰਧਾਨ ਹੈ, ਉਹਨਾਂ ਨੂੰ ਵੀ ਇਹ ਅਧਿਕਾਰ ਹੈ, ਪਰ ਜਿਹੜੀ ਸਾਡੀ ਮੈਨੀਫੈਸਟੋ ਕਮੇਟੀ ਅਲਟੀਮੇਟਲੀ ਤਾਂ ਉਹਨਾਂ ਨੇ ਫਾਈਨਲ ਕਰਨਾ ਹੁੰਦਾ, ਕਿਉਂਕਿ ਮੇਰੀ ਵੀ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਮੰਨੀ ਜਾਂਦੀ ਆ। ਹਰ ਬੰਦੇ ਦਾ ਕਹਿਣ ਦਾ ਅਧਿਕਾਰ ਹੈਗਾ, ਔਰ ਉਹ ਮੰਨੀ ਨਾ ਮੰਨੀ ਬੇਸਿਕਲੀ ਪਾਰਟੀ ਮੈਨੀਫੈਸਟੋ ਦੀ ਕਮੇਟੀ ਹੁੰਦੀ ਹੈ ਜਿਹੜੀ ਉਹਦੇ ਫਾਈਨਲ ਕਰਨਾ ਹੁੰਦਾ। ਸੋ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਗਿਲਾ ਸ਼ਿਕਵਾ ਕਰਨਾ ਚਾਹੀਦਾ। ਪਰ ਮੈਨੂੰ ਕੋਈ ਪਰਸਨਲੀ ਪੁੱਛੇ, ਮੈਂ ਫ੍ਰੀ ਬੀਜ਼ ਦੇ ਅਗੇਂਸਟ ਆ, ਉਹ ਪੰਜਾਬ ਦੀ ਬਿਹਤਰੀ ਦੀ ਫੇਵਰ ਦੇ ਵਿੱਚ। ਅਕਸਰ ਇਹ ਚਰਚਾ ਹੁੰਦੀ ਸੀ ਕਿ ਪ੍ਰਗਟ ਸਿੰਘ ਨਾਲ ਗੱਲਬਾਤ ਕਰਦੇ ਸੀ ਸਿੱਧੂ, ਉਸ ਤੋਂ ਬਾਅਦ ਕੋਈ ਚੀਜ਼ਾਂ ਅੱਗੇ ਚੱਲਦੀਆਂ ਸੀ। ਇਸ ਬਾਬਤ ਕੋਈ ਗੱਲ ਨਹੀਂ ਹੋਈ ਤੁਹਾਡੀ? ਨਹੀਂ, ਚਲੋ ਮੇਰੇ ਨਾਲ ਇਸ ਟੌਪਿਕ ਤੇ ਤਾਂ ਨਹੀਂ ਗੱਲ ਹੋਈ। ਜੇ ਇਸ ਤਰੀਕੇ ਨਾਲ ਹੁਣ ਆਖਿਰ ਤੇ ਤੁਹਾਨੂੰ ਇਹ ਮੈਦਾਨ, ਕਿਉਂਕਿ ਇਸ ਵੇਲੇ ਖਾਲੀ ਹੈਗਾ ਤੇ ਲੋਕਾਂ ਨੇ ਆਪਣੇ ਆਪਣੇ ਹਿਸਾਬ ਨਾਲ ਕੋਸ਼ਿਸ਼ ਕਰਨੀ ਹੈਗੀ ਕਿ ਜਿੱਤ ਹਾਸਿਲ ਕੀਤੀ ਜਾਵੇ, ਪ੍ਰਗਟ ਸਿੰਘ ਕਿਹੜੀਆਂ ਇਦਾਂ ਦੀਆਂ 5 ਚੀਜ਼ਾਂ ਕਹਿ ਸਕਦੇ ਨੇ ਕਿ ਜਿਹੜੀਆਂ ਲੋਕਾਂ ਨੂੰ ਇਹ ਲੱਗਣ ਵੀ ਹਾਂ ਪ੍ਰਗਟ ਦੇ ਵਿੱਚ ਹੈਗੀਆਂ, ਬਾਕੀ ਵਿਧਾਇਕਾਂ ਤੋਂ ਅਲੱਗ ਨੇ? ਪ੍ਰਗਟ ਸਿੰਘ ਇਮਾਨਦਾਰ ਹੈ, ਪ੍ਰਗਟ ਸਿੰਘ ਸਟੇਟ ਫਾਰਵਰਡ ਹੈ, ਜਿਹੜਾ ਆਮ ਪੋਲੀਟੀਸ਼ੀਅਨਸ ਦੇ ਵਿੱਚ ਨਹੀਂ ਹੁੰਦਾ। ਪ੍ਰਗਟ ਸਿੰਘ ਵਿਜ਼ਨ ਰੱਖਦਾ ਕਿ ਪੰਜਾਬ ਨੂੰ ਕਿੱਧਰਲੇ ਪਾਸੇ ਨੂੰ ਆਪਾਂ ਲੈ ਕੇ ਜਾਣਾ। ਪ੍ਰਗਟ ਸਿੰਘ ਕੋਲ ਐਡਮਿਨਿਸਟ੍ਰੇਟਿਵ ਤਜਰਬਾ ਹੈਗਾ, ਔਰ ਸਭ ਤੋਂ ਵੱਧ ਲੋਕਾਂ ਦਾ ਪਿਆਰ ਹੈ। ਕਿਉਂਕਿ ਜਿਹੜੇ ਹੁਣ ਲੋਕ ਹੈ ਮੈਨੂੰ ਉਹ ਸਮਝਦੇ ਆ, ਮੇਰੀ ਸਾਈਕੀ ਨੂੰ ਸਮਝਦੇ ਆ ਕਿ ਇੱਥੇ ਮਾੜਾ ਕੰਮ ਹੋਣਾ ਨਹੀਂ ਹੈ। ਹਾਂ, ਕਿਤੇ ਜਾਣੇ ਅਣਜਾਣੇ ਹੋ ਜਾਵੇ ਤੇ ਉਹ ਅਲੱਗ ਗੱਲ ਹੈ, ਲੇਕਿਨ ਜਾਣ ਬੁੱਝ ਕੇ ਹੋਣਾ ਨਹੀਂ ਹੈ। ਸੋ ਇਸ ਕਰਕੇ ਲੋਕੀ ਫੇਥ ਕਰਦੇ ਆ, ਲੋਕੀ ਚੰਗੇ ਆ। 2-4% ਲੋਕ ਹੁੰਦੇ ਆ ਜਿਹੜੇ ਤੁਹਾਨੂੰ ਕਿਤੇ ਨਾ ਕਿਤੇ ਮਿਸਗਾਈਡ, ਗੁੰਮਰਾਹ, ਜਾਂ ਉਹ ਤੁਹਾਨੂੰ ਇੱਦਾਂ ਦੇ ਪਾਸੇ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ। ਪਰ ਹੁਣ ਮੇਰੇ ਕੋਲ ਇੱਦਾਂ ਦਾ ਕੋਈ ਆਲਾ ਦੁਆਲਾ ਨਹੀਂ ਹੈਗਾ। ਆਖਰੀ ਸਵਾਲ, ਜਿਸ ਤਰੀਕੇ ਨਾਲ ਇਸ ਵੇਲੇ ਹਾਲਾਤ ਨੇ, ਕਿਉਂਕਿ ਤੁਸੀਂ ਵੀ ਦੱਸਿਆ ਕਿ 5 ਪਾਰਟੀਆਂ, ਹਰੇਕ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਆਪਣੇ ਵੱਲਾਂ ਕਰੀਏ, ਤੇ ਉਹਦੇ ਨਾਲ ਖਿਲਾਫ ਪੈਦਾ ਹੋਇਆ ਹੈਗਾ। ਤੇ ਕਿੰਨੀਆਂ ਕੁ ਸੀਟਾਂ ਦੀ ਆਸ ਰੱਖਦੇ ਨੇ ਪ੍ਰਗਟ ਸਿੰਘ, ਕਿਉਂਕਿ ਤੁਸੀਂ ਪਾਰਟੀ ਵਾਈਜ਼ ਤੇ ਐਨਾਲਿਸਿਸ ਕਰ ਰਹੇ ਹੋਣਗੇ, ਲੋਕਾਂ ਦੇ ਨਾਲ ਗੱਲਬਾਤ ਵੀ ਚੱਲ ਰਹੀ ਹੋਊਗੀ, ਅੰਦਰਲੇ ਖਾਤੇ ਵੀ ਗੱਲਬਾਤ ਚੱਲ ਰਹੀ ਹੋਊਗੀ, ਕਿੰਨੀਆਂ ਕੁ ਸੀਟਾਂ ਦਾ ਐਨਾਲਿਸਿਸ ਕਰ ਲਿਆ ਵੀ ਹਾਂ ਇੰਨੀਆਂ ਕੁ ਸੀਟਾਂ ਕਾਂਗਰਸ ਲੈ ਜਾਊਗੀ ਇਸ ਵਾਰ? ਦੇਖੋ, 5 ਕੋਨਾ ਜਦੋਂ ਜਿਹੜਾ ਹੈਗਾ ਮੁਕਾਬਲਾ, ਉਹਦੇ ਵਿੱਚ ਕਿਤੇ ਨਾ ਕਿਤੇ ਡਿਵੀਜ਼ਨ ਆਫ ਵੋਟਸ ਜਿਹੜੀ ਆ ਉਹ ਫਲਕਚੁਏਟਿੰਗ ਵੋਟ ਦੀ ਹੋਣੀ ਆ, ਕਿਉਂਕਿ ਕੁਝ ਸੈਟਲਡ ਵੋਟ ਹੁੰਦੀਆਂ। ਸੋ ਕਾਂਗਰਸ ਜਿਹੜੀ ਆ ਉਹ ਕਦੀ ਵੀ 32-33% ਤੋਂ ਥੱਲੇ ਨਹੀਂ ਜਾਂਦੀ। ਸੋ ਜੇ ਉਸ ਐਂਗਲ ਨੂੰ ਦੇਖਿਆ ਜਾਵੇ, ਪਰ ਕਈ ਵਾਰੀ ਇਹ ਵੀ ਹੁੰਦਾ ਕਿ ਜਿਹੜੀ ਪੱਕੀ ਵੋਟ ਹੈ ਤੁਹਾਡੀ, ਉਹ ਕਈ ਵਾਰੀ ਤੁਹਾਡੇ ਨਾਲ ਥੋੜ੍ਹੀ ਬਹੁਤੀ ਨਾਰਾਜ਼ ਹੁੰਦੀ ਆ, ਪਰ ਕੋਈ ਹੋਰ ਵੋਟ ਨਾਲ ਜੁੜ ਜਾਂਦੀ ਆ। ਸੋ ਇਟ ਇਜ਼ ਟੂ ਅਰਲੀ ਟੂ ਸੇ ਐਨੀਥਿੰਗ, ਬਟ ਆਈ ਐਮ ਵੈਰੀ ਕੌਨਫੀਡੈਂਟ ਕਿ ਅਸੀਂ ਸਰਕਾਰ ਬਣਾਵਾਂਗੇ, ਬਿਲਕੁਲ ਫੁੱਲ ਮੈਜੋਰਿਟੀ ਨਾਲ ਸਰਕਾਰ ਬਣਾਵਾਂਗੇ। ਲੇਕਿਨ ਇਹਨੂੰ ਐਗਜ਼ੈਕਟਲੀ ਨੰਬਰ ਦੇ ਵਿੱਚ ਲੈ ਕੇ ਆਉਣਾ ਥੋੜ੍ਹਾ ਜਿਹਾ ਇਸ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਡਿਫਿਕਲਟ ਹੈ। ਥੈਂਕ ਯੂ। ਸੋ ਇਹ ਸਨ ਪ੍ਰਗਟ ਸਿੰਘ, ਜਿਨ੍ਹਾਂ ਨਾਲ ਤਮਾਮ ਮਸਲੇ ਤੇ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵੇਲੇ ਜਲੰਧਰ ਕੈਂਟ ਦੇ ਕੀ ਹਾਲਾਤ ਨੇ। ਤਾਂ ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਇਸ ਵਕਤ ਇੰਨਾ ਕੁ ਯਕੀਨ ਹੈਗਾ ਕਿ ਲੋਕ ਉਹਨਾਂ ਦੇ ਹੱਕ ਦੇ ਵਿੱਚ ਭੁਗਤਣਗੇ, ਪਰ ਫਿਲਹਾਲ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਭੁਗਤਣੇ ਨੇ। ਸਹਿਯੋਗੀ ਕਰਨ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV, ਜਲੰਧਰ।